ਕੀ ਪ੍ਰੋਬਲਮ ਤੁਹਾਨੂੰ ਆ ਰਹੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਦਿੱਕਤ ਆ ਰਹੀ ਹੈ, ਸੁਣਵਾਈ ਨਹੀਂ ਹੋ ਰਹੀ, ਕਿਹੜੀਆਂ ਜਿਹੀ ਸਮੱਸਿਆਵਾਂ ਨੇ? ਇਹਨਾਂ ਨੇ ਫੋਨ ਕੀਤਾ ਮੇਅਰ ਸਾਹਿਬ ਨੂੰ। ਮੇਅਰ ਸਾਹਿਬ ਕਹਿੰਦੇ ਵੀ ਤੁਸੀਂ ਉਹਨਾਂ ਨੇ ਮੰਦੀ ਭਾਸ਼ਾ ਬੋਲੀ, ਉਹਨਾਂ ਨੇ ਕਹਿੰਦੇ ਤੁਸੀਂ ਆਪਣੇ ਵਾਰਡ ਤੱਕ ਸੀਮਤ ਰਹੋ ਜੀ। ਮੈਂ ਮੇਅਰ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਬੜੇ ਦੁਖੀ ਮਨ ਨਾਲ ਕਿ ਡਿਪਟੀ ਮੇਅਰ ਦਾ ਅਹੁਦਾ ਦੇ ਕੇ ਇੱਕ ਕਾਗਜ਼ਾਂ ਤੱਕ ਸੀਮਤ ਰੱਖਣਾ ਚਾਹੁੰਦੇ ਆ। ਅੱਜ ਚਿੱਠੀ ਤੱਕ ਲਿਖਣ ਦੀ ਨੌਬਤ ਆ ਗਈ, ਕਿਹੜੀ ਜਿਹੀ ਗੱਲ ਸੀ ਜਿਹੜੀ ਕਲੀਅਰ ਕਰੋ ਥੋੜ੍ਹੀ ਜਿਹੀ? ਮੈਂ ਕਿਹਾ ਕਾਂਗਰਸ ਪਾਰਟੀ ਨੇ ਕਿੱਡਾ ਮਾਨਸ ਕਰ ਦਿੱਤਾ ਸੀਗਾ ਤੇ ਅੱਜ ਮੇਅਰ ਸਾਹਿਬ ਨੇ ਸਾਨੂੰ ਜਮੇ ਥੱਲੇ ਛੱਡਤਾ ਲਿਆ ਕੇ ਵੀ ਤੁਸੀਂ ਬਾੜ ਤੱਕ ਸੀਮਤ ਰਹੋ। ਅਜਿਹਾ ਕਿਉਂ ਕੀਤਾ, ਕੀ ਕਾਰਨ ਸਮਝਦੇ ਤੁਸੀਂ ਜਿਹੜਾ ਮੇਅਰ ਸਾਹਿਬ ਤੁਹਾਨੂੰ ਅਜਿਹੀ ਸ਼ਬਦਾਵਲੀ ਵਰਤੀ, ਜਾਂ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਨਿਗਮ ਦੇ ਵਿੱਚ? ਪ੍ਰਾਈਮ ਉਹਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਪੰਜਾਬ 'ਚ ਕਾਂਗਰਸ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਤੇ 1.5 ਤੋਂ ਪੌਣੇ 2 ਸਾਲ ਦਾ ਸਮਾਂ ਬਾਕੀ ਹੈ, ਪਰ ਸਰਕਾਰ ਦੇ ਵਿੱਚ ਮੈਂ ਸਮਝਦਾ ਵਰਕਰਾਂ ਦਾ ਉਹੀ ਇੱਕੋ ਰੋਣਾ ਵੀ ਸਾਡੀ ਸੁਣਵਾਈ ਨਹੀਂ ਹੁੰਦੀ, ਸਾਡੇ ਕੰਮ ਨਹੀਂ ਹੁੰਦੇ। ਪਰ ਹੈਰਾਨੀ ਦੀ ਗੱਲ ਹੈ ਜਿਹੜਾ ਰੋਣਾ ਹੈ ਹੁਣ ਵਰਕਰਾਂ ਤੱਕ ਸੀਮਿਤ ਨਾ ਰਹਿ ਕੇ ਡਿਪਟੀ ਮੇਅਰ ਦੇ ਅਹੁਦੇ ਤੱਕ ਪਹੁੰਚ ਗਿਆ ਹੈ। ਤੇ ਹਾਲਾਤ ਇਹ ਨੇ ਵੀ ਡਿਪਟੀ ਮੇਅਰ ਨੇ ਜਿਹੜੇ ਲੁਧਿਆਣੇ ਦੇ ਸਰਬਜੀਤ ਕੌਰ ਸ਼ਿਮਲਾਪੁਰੀ, ਉਹਨਾਂ ਨੂੰ ਆਪਣੇ ਹੀ ਮੇਅਰ ਦੇ ਖਿਲਾਫ, ਬਲਕਾਰ ਸੰਧੂ ਜਿਹੜੇ ਲੁਧਿਆਣੇ ਦੇ ਮੇਅਰ ਨੇ ਉਹਨਾਂ ਦੇ ਖਿਲਾਫ ਮੁੱਖ ਮੰਤਰੀ ਨੂੰ, ਆਪਣੇ ਮਿਨਿਸਟਰ ਸ਼੍ਰੀ ਬ੍ਰਹਮ ਮਹਿੰਦਰਾ ਨੂੰ, ਭਾਰਤ ਭੂਸ਼ਣ ਆਸ਼ੂ ਜਿਹੜੇ ਮੰਤਰੀ ਨੇ ਫੂਡ ਸਪਲਾਈ, ਤੇ ਰਵਨੀਤ ਸਿੰਘ ਬਿੱਟੂ ਜਿਹੜੇ MP ਨੇ, ਉਹਨਾਂ ਨੂੰ ਚਿੱਠੀ ਲਿਖਣ ਤੱਕ ਮਜਬੂਰ ਹੋਣਾ ਪਿਆ। ਸਾਡੇ ਨਾਲ ਨੇ ਬਲਾਕ ਪ੍ਰੈਜ਼ੀਡੈਂਟ ਜਰਨੈਲ ਸਿੰਘ ਸ਼ਿਮਲਾਪੁਰੀ ਤੇ ਸਰਬਜੀਤ ਕੌਰ ਸ਼ਿਮਲਾਪੁਰੀ ਜਿਹੜੇ ਡਿਪਟੀ ਮੇਅਰ ਨੇ ਲੁਧਿਆਣੇ, ਉਹਨਾਂ ਦੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਕੀ ਪ੍ਰੋਬਲਮ ਤੁਹਾਨੂੰ ਆ ਰਹੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਦਿੱਕਤ ਆ ਰਹੀ ਹੈ, ਸੁਣਵਾਈ ਨਹੀਂ ਹੋ ਰਹੀ, ਕਿਹੜੀਆਂ ਜਿਹੀ ਸਮੱਸਿਆਵਾਂ ਨੇ? ਮੈਂ ਸਰਬਜੀਤ ਕੌਰ ਸ਼ਿਮਲਾਪੁਰੀ, ਡਿਪਟੀ ਮੇਅਰ। ਪਹਿਲਾਂ ਤਾਂ ਮੈਂ ਪ੍ਰਾਈਮ ਉਦੇ ਤੋਂ ਚੈਨਲ ਤੋਂ ਆਏ ਸਾਰੇ ਮੇਰੇ ਵੀਰ ਧੁੰਨਾ ਜੀ ਦਾ ਧੰਨਵਾਦ ਕਰਦੀ ਹਾਂ ਜੋ ਇੱਥੇ ਪਹੁੰਚੇ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਸਾਡੀਆਂ ਜਨਰਲ ਹਾਊਸ ਮੀਟਿੰਗ ਹੋਈ ਆ, ਜਦੋਂ ਮੈਂ ਕਹਿੰਦੀ ਹਾਂ ਮੇਅਰ ਸਾਹਿਬ ਨੂੰ ਵੀ ਮੈਂ ਵੀ ਆਪਣੇ ਪੱਖ ਕੋਈ ਰੱਖਣਾ ਚਾਹੁੰਦੀ ਹਾਂ, ਪੂਰੇ ਸ਼ਹਿਰ ਦੇ ਸਾਡੇ ਕੋਲ ਲੋਕ ਆਉਂਦੇ ਆ ਕੰਮ ਕਰਵਾਉਣ ਲਈ, ਤੇ ਮੇਅਰ ਸਾਹਿਬ ਕਹਿੰਦੇ ਨੇ ਤੁਸੀਂ ਆਪ ਡਿਪਟੀ ਮੇਅਰ ਹੋ, ਮੈਡਮ ਬੈਠ ਜਾਓ ਬੈਠ ਜਾਓ ਬੈਠ ਜਾਓ। ਤੇ ਮੈਂ ਚਲੋ ਬੈਠ ਜਾਈਦਾ, ਕਿਉਂਕਿ ਉਹ ਵੱਡੇ ਨੇ, ਉਹਨਾਂ ਦਾ ਸਾਡਾ ਫਰਜ਼ ਬਣਦਾ ਸਤਿਕਾਰ ਕਰਨਾ। ਤੇ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਕਿ ਜਦੋਂ B&R ਦੇ ਕੁਝ ਕੱਚੇ ਮੁਲਾਜ਼ਮ ਸੀਗੇ, ਉਹਨਾਂ ਨੂੰ 1 ਸਾਲ ਲਈ ਉਹਨਾਂ ਦਾ ਸਮਾਂ ਕਾਲ ਵਿੱਚ ਵਾਧਾ ਕਰਨਾ ਸੀ, ਚਲੋ ਉਹਨਾਂ ਨੂੰ ਤਨਖਾਹ ਮਿਲ ਜੂਗੀ। ਤਾਂ ਮੇਰੇ ਪਤੀ ਜੋ ਕਿ ਬਲਾਕ ਪ੍ਰੈਜ਼ੀਡੈਂਟ ਨੇ ਸ਼ਿਮਲਾਪੁਰੀ ਜੀ, ਪਬਲਿਕ ਡੀਲਿੰਗ ਕਰਦੇ ਆ, ਲੋਕਾਂ ਦੇ ਫੋਨ ਇਹਨਾਂ ਕੋਲ ਆਉਂਦੇ ਆ, ਕੰਮ ਕਰਵਾਉਂਦੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਹਨਾਂ ਨੇ ਫੋਨ ਕੀਤਾ ਮੇਅਰ ਸਾਹਿਬ ਨੂੰ। ਮੇਅਰ ਸਾਹਿਬ ਕਹਿੰਦੇ ਵੀ ਤੁਸੀਂ, ਉਹਨਾਂ ਨੇ ਮੰਦੀ ਭਾਸ਼ਾ ਬੋਲੀ, ਉਹਨਾਂ ਨੇ ਕਹਿੰਦੇ ਤੁਸੀਂ ਆਪਣੇ ਵਾਰਡ ਤੱਕ ਸੀਮਤ ਰਹੋ। ਮੈਂ ਮੇਅਰ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਬੜੇ ਦੁਖੀ ਮਨ ਨਾਲ ਕਿ ਡਿਪਟੀ ਮੇਅਰ ਦਾ ਅਹੁਦਾ ਦੇ ਕੇ ਇੱਕ ਕਾਗਜ਼ਾਂ ਤੱਕ ਸੀਮਤ ਰੱਖਣਾ ਚਾਹੁੰਦੇ ਆ। ਪਾਵਰ ਉਹਨਾਂ ਨੇ ਆਪਣੇ ਹੱਥ 'ਚ ਰੱਖੀ ਹੋਈ ਆ, ਅਸੀਂ ਸਿਰਫ ਕਾਗਜ਼ਾਂ ਤੱਕ ਸੀਮਤ ਹਾਂ। ਮੈਂ ਇਹ ਬੜੇ ਦੁਖੀ ਮਨ ਨਾਲ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਜਦੋਂ ਤੱਕ ਇਹ ਇਨਸਾਫ ਨਹੀਂ ਸਾਨੂੰ ਮਿਲਦਾ, ਅਸੀਂ ਕੋਈ ਵੀ ਮੀਟਿੰਗ ਅਟੈਂਡ ਨਹੀਂ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਜਿਹੀ ਕਿਹੜੀ ਸ਼ਬਦਾਵਲੀ ਮੈਡਮ ਨੇ ਦੱਸਿਆ, ਕੀ ਅਸਲ ਵਾਕਿਆ ਕੀ ਹੋਇਆ ਵੀ ਤੁਹਾਨੂੰ ਚਿੱਠੀ ਤੱਕ ਲਿਖਣ ਦੀ ਨੌਬਤ ਪੈ ਗਈ? ਪਹਿਲਾਂ ਵੀ ਤੁਸੀਂ ਮੀਡੀਆ ਵਿੱਚ ਆਏ ਸੀ, ਕੁਝ ਗੱਲਾਂ ਨੂੰ ਲੈ ਕੇ ਤੁਸੀਂ ਆਪਣੇ ਲੀਡਰਸ ਦਾ ਕਿਹਾ ਸੀ ਵੀ ਸਾਨੂੰ ਸੁਣਵਾਈ ਨਹੀਂ ਹੋ ਰਹੀ, ਅੱਜ ਚਿੱਠੀ ਤੱਕ ਲਿਖਣ ਦੀ ਨੌਬਤ ਆ ਗਈ, ਕਿਹੜੀ ਅਜਿਹੀ ਗੱਲ ਸੀ ਜਿਹੜੀ ਕਲੀਅਰ ਕਰੋ ਥੋੜ੍ਹੀ ਜਿਹੀ? ਪਹਿਲਾਂ ਤਾਂ ਧੁੰਨਾ ਜੀ, ਮੈਂ ਪ੍ਰਾਈਮ ਉਹਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸਾਡੇ ਕੋਲ ਆਏ ਹੋ, ਤੁਹਾਨੂੰ ਜੀ ਆਇਆਂ ਕਹਿੰਦਾ। ਜਿੱਥੇ ਤੱਕ ਸਵਾਲ ਚਿੱਠੀ ਲਿਖਣ ਦਾ ਹੈ, ਮੈਂ 3 ਤਰੀਕ ਨੂੰ ਜਿੱਦਾਂ B&R ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ 1 ਸਾਲ ਸਮਾਂ ਲਈ ਵਾਧਾ ਕਰਨ ਲਈ ਫਾਇਰ ਮੇਅਰ ਸਾਹਿਬ ਕੋਲ ਲੈ ਕੇ ਸਾਡੇ B&R ਦੇ SDO ਸਿੰਗਲਾ ਜੀ ਗਏ, ਔਰ ਸਾਈਨ ਕਰਨ ਲਈ ਮੈਂ ਮੇਅਰ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਅਰ ਸਾਹਿਬ ਕਿ ਉਹ ਜਿਹੜੇ ਮੁਲਾਜ਼ਮ ਨੇ ਪੈਚ ਵਰਕ ਕਰਨਾ ਹੈ ਅਤੇ ਉਹਨਾਂ ਦਾ ਫਾਈਲ 'ਤੇ ਸਾਈਨ ਕਰ ਦਿਓ ਕਿ ਉਹਨਾਂ ਨੂੰ ਤਨਖਾਹ ਮਿਲ ਜਾਏਗੀ। ਕਰੋਨੇ ਦੀ ਬਿਮਾਰੀ ਚੱਲਦੀ ਹੈ ਅੱਜ ਕੱਲ੍ਹ, ਕੰਮ ਕਰਕੇ ਕੋਈ ਰਾਜ ਹੀ ਨਹੀਂ ਹੈਗਾ। ਅਤੇ ਪਰ ਮੇਅਰ ਸਾਹਿਬ ਨੇ 3-4 ਵਾਰੀ ਕਰਦੇ ਹਾਂ ਬਸ ਕਰਕੇ ਉਹ ਸਾਰ ਦਿੰਦੇ ਰਹੇ। ਫਿਰ 3 ਤਰੀਕ ਮੈਂ ਲਾਸਟ ਫੋਨ ਕੀਤਾ, ਮੈਂ ਕਿਹਾ ਮੇਅਰ ਸਾਹਿਬ ਉਹ ਫਾਈਲ ਕਰ ਦਿਓ ਸਾਈਨ ਜਿਹੜੀ ਆ
P&R ਦੀ। ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਗੱਲ ਸੀਗੀ, ਉਹ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਵਾਰਡ ਤੱਕ ਸੀਮਿਤ ਰਹੋ। ਮੈਨੂੰ ਬੜਾ ਦੁੱਖ ਹੋਇਆ ਔਰ ਮੈਂ ਉਸੇ ਸਮੇਂ ਅੱਗੋਂ ਜਵਾਬ ਨਾ ਦਿੱਤਾ ਕਿਸੇ ਗੱਲ ਦਾ। ਮੈਂ ਕਿਹਾ ਵੀ ਗੱਲ ਜੇ ਫੋਨ ਤੇ ਮੈਂ ਗਰਮ ਹੋ ਗਿਆ, ਕੋਈ ਗੱਲ ਕਹਿਤੀ, ਅੱਗੇ ਗੱਲ ਵੱਧ ਜਾਏਗੀ, ਤੇ ਮੈਂ ਆਪਣਾ ਫੋਨ ਬੰਦ ਕੀਤਾ। ਉਸ ਤੋਂ ਬਾਅਦ ਮੈਂ ਕਈ ਦਿਨ ਸੋਚਦਾ ਰਿਹਾ, ਮੇਰੇ ਮਨ ਤੇ ਵਜਨ ਬਣਿਆ ਰਿਹਾ। ਮੈਂ ਕਿਹਾ ਕਾਂਗਰਸ ਪਾਰਟੀ ਨੇ ਕਿੱਡਾ ਮਾਨਸ ਕਰ ਦਿੱਤਾ ਸੀਗਾ, ਤੇ ਅੱਜ ਮੇਅਰ ਸਾਹਿਬ ਨੇ ਸਾਨੂੰ ਜਮੇ ਥੱਲੇ ਸੜਤਾ ਲਿਆ ਕੇ ਵੀ ਤੁਸੀਂ ਵਾਰਡ ਤੱਕ ਸੀਮਿਤ ਰਹੋ। ਤੁਸੀਂ ਸਮਝ ਸਕਦੇ ਹੋ ਤੁਹਾਨੂੰ ਇੱਕ ਰਬੜ ਦੀ ਮੋਹਰ ਬਣਾ ਕੇ ਰੱਖਿਆ ਵੀ ਜਿੱਥੇ ਜੀ ਕਰਦਾ ਉੱਥੇ ਲਾ ਲਈ, ਤੇ ਉੱਦਾਂ ਪਾਵਰ ਵਾਸਤੇ ਕੁਛ ਨਹੀਂ, ਜਾਂ ਤੁਸੀਂ ਕੋਈ ਗੱਲ ਕਰਦੇ ਤੁਹਾਡੀ ਸੁਣਵਾਈ ਨਹੀਂ ਹੁੰਦੀ। ਤੁਹਾਨੂੰ ਡਿਪਟੀ ਮੇਅਰ ਸਾਹਿਬ ਨੇ ਦੱਸਿਆ ਹੀ ਹੈ ਕਿ ਸਾਨੂੰ ਜਿਹੜੀ ਜਰਨਲ ਹਾਊਸ ਦੀ ਮੀਟਿੰਗ ਉਹ 'ਚ ਅੱਜ ਤੱਕ ਬੋਲਣ ਨਹੀਂ ਦਿੱਤਾ ਗਿਆ। ਇਹ ਬੋਲਣ ਲਈ ਕਹਿੰਦੇ ਨੇ, ਮੈਂ ਬੋਲਣਾ ਹੈ, ਆਪਣੇ ਸ਼ਹਿਰ ਦਾ ਪੱਖ ਰੱਖਣਾ। ਮੈਂ ਕਹਿਣਾ ਚਾਹੁੰਦੀ ਹਾਂ, ਆਪਣੇ ਇਲਾਕੇ ਬਾਰੇ ਕਹਿਣਾ ਚਾਹੁੰਦੀ ਹਾਂ। ਜਿੱਥੋਂ ਬੈਂਸ ਭਰਾ ਦੋਨੇ MLA ਇੱਥੋਂ, ਮੈਂ ਉੱਥੋਂ ਰਿਜ਼ਰਵ ਕਰਦੀ ਹਾਂ ਵੀ ਮੈਂ ਆਪਣੇ ਇਲਾਕੇ ਬਾਰੇ ਬੋਲਣਾ ਚਾਹੁੰਦੀ ਹਾਂ, ਪਰ ਉੱਥੇ ਨਹੀਂ ਬੋਲਣ ਦਿੱਤਾ ਜਾਂਦਾ। ਜਨਰਲ ਜੀ ਤੁਸੀਂ ਤਾਂ ਦੇਖੋ ਇੱਕ ਮੁਲਾਜ਼ਮਾਂ ਦੇ ਪੱਖ ਦੀ ਗੱਲ ਕਰ ਰਹੇ ਸੀਗੇ, ਜਾਂ ਆਪਣੇ ਇਲਾਕੇ ਦੇ ਵਿਕਾਸ ਦੀ ਗੱਲ ਕਰਦੇ ਹੋ, ਆਪਣੇ ਵਾਰਡ ਦੇ ਵਿਕਾਸ ਦੀ ਗੱਲ ਕਰਦੇ ਹੋ, ਅਜਿਹਾ ਕਿਉਂ ਕੀਤਾ? ਕੀ ਕਾਰਨ ਸਮਝਦੇ ਤੁਸੀਂ ਜਿਹੜਾ ਮੇਅਰ ਸਾਹਿਬ ਤੁਹਾਨੂੰ ਅਜਿਹੀ ਸ਼ਬਦਾਵਲੀ ਵਰਤੀ, ਜਾਂ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਨਿਗਮ ਦੇ ਵਿੱਚ? ਇਹੀ ਤਾਂ ਜਿਹੜਾ ਤੁਨਾ ਜੀ ਸਾਨੂੰ ਜਿਹੜਾ ਮਨ 'ਤੇ ਇਹੀ ਸਾਨੂੰ ਵਜਨ ਆ ਕਿ ਸਾਨੂੰ ਇੱਕ ਅਹੁਦਾ ਹੀ ਦਿੱਤਾ ਗਿਆ, ਰਾਬੜ ਦੀ ਮੋਹਰ ਬਣਾਇਆ ਗਿਆ। ਸਾਨੂੰ ਹੌਸ ਨਹੀਂ ਦਿੱਤਾ, ਬੋਲਣ ਦਿੱਤਾ ਜਾਂਦਾ। ਸਾਨੂੰ ਜੇ ਕੰਮ ਲਈ ਕਹਿੰਦੇ ਆ ਤਾਂ ਕਿਹਾ ਜਾਂਦਾ ਕਿ ਤੁਸੀਂ ਵਾਰਡ ਤੱਕ ਸੀਮਿਤ ਰਹੋ। ਇਸ ਕਰਕੇ ਅਸੀਂ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਿਪਾਹੀ ਹਾਂ। ਜਦੋਂ ਇੱਥੇ ਕਾਂਗਰਸ ਦਾ ਕੋਈ ਨਾਂ ਲੈ ਕੇ ਰਾਜ ਨਹੀਂ ਸੀਗਾ, ਉਦੋਂ ਬੈਂਸ ਭਰਾ ਇੱਥੇ MLA ਸੀ ਕਿ ਮੈਂ ਟੱਕਰ ਲੈਂਦਾ ਉਹਨਾਂ ਨਾਲ ਇਕੱਲਾ ਹੀ। ਇੱਥੇ ਮੈਂ ਬਲਾਕ ਦਾ ਦਫ਼ਤਰ ਜਿੱਦਾਂ ਚੱਲਦਾ ਹੈ, ਤਵਾੜੀ ਸਾਹਿਬ ਨੂੰ ਇੱਥੋਂ ਜਿਤਾ ਕੇ ਭੇਜਿਆ ਸੀਗਾ, ਔਰ ਬਿੱਟੂ ਜੀ ਨੂੰ ਇੱਥੋਂ ਵੋਟਾਂ ਜਿਹੜੀਆਂ ਪਾਈਆਂ ਚੰਗੀਆਂ ਜਿਹੜੀਆਂ ਹੈਗੀਆਂ। ਪਰ ਇੱਥੇ ਪਿਛਲੀ ਟਰਮ ਦੇ ਵਿੱਚ ਤਾਂ ਮੇਰੀ ਧਰਮ ਪਤਨੀ ਇਕੱਲੇ ਕੌਂਸਲ ਜਿੱਤੇ ਸੀਗੇ, 23 ਕੌਂਸਲ ਬੈਂਸਾਂ ਨੇ ਜਿੱਤੇ ਸੀਗੇ, ਜਦਕਿ ਸਾਡੇ ਕਾਂਗਰਸ ਦਾ ਇੱਕੋ ਹੀ ਕੌਂਸਲ ਸੀਗਾ ਜਿਹੜਾ। ਅਸੀਂ ਤਾਂ ਉਦੋਂ ਵੀ ਮੁਕਾਬਲਾ ਕੀਤਾ ਇੱਥੇ ਪੂਰਾ ਜਿਹੜਾ। ਅੱਜ ਬੜੇ ਦੁਖੀ ਮਨ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਅਸੀਂ ਐਡਾ ਇਮਾਨਦਾਰ ਹੋ ਕੇ ਜਿਹੜਾ ਕੰਮ ਕਰੀਏ। ਕੋਈ ਬੰਦਾ ਕਹਿ ਰਿਹਾ ਉਂਗਲ ਖੜੀ ਕਰਕੇ ਵੀ ਜਰਨੈਲ ਸਿੰਘ ਨੇ ਕਿਸੇ ਕੋਲੋਂ ਗੱਡੀ 'ਚ ਤੇਲ ਪਾਇਆ ਅੱਜ ਤੱਕ, ਕੋਈ ਕਹਿ ਰਿਹਾ ਕਿਸੇ ਕੋਲੋਂ ਕੋਈ ਥਾਣੇ ਨੂੰ ਪੈਸੇ ਦਵਾਏ ਹੋਣ, ਕੋਈ ਕਹਿ ਰਿਹਾ ਕਿਸੇ ਕੋਲੋਂ ਚਾਹ ਦਾ ਕੱਪ ਪੀਤਾ ਹੋਵੇ। ਅਸੀਂ ਹਮੇਸ਼ਾ ਕਾਂਗਰਸ ਪਾਰਟੀ ਦੀ ਚਾਦਰ ਨੂੰ ਸਾਫ਼ ਰੱਖਿਆ ਔਰ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਆਪਣੇ ਘਰੋਂ ਖਰਚ ਕਰਕੇ ਕੰਮ ਕਰਦੇ ਹਾਂ ਜਿਹੜਾ। ਇਸ ਕਰਕੇ ਜਿਹੜੀ ਤੁਸੀਂ ਚਿੱਠੀ ਲਿਖੀ ਅੱਜ, ਕਿ ਕਿਹਨੂੰ ਚਿੱਠੀ ਲਿਖੀ? ਮੁੱਖ ਮੰਤਰੀ ਨੂੰ ਖਾਸ ਤੌਰ 'ਤੇ ਚਿੱਠੀ ਲਿਖੀ ਹੈ, ਹੋਰ ਕਿਹਨਾਂ ਨੂੰ ਮੈਂਸ਼ਨ ਕੀਤੀ ਚਿੱਠੀ ਹੈ? ਚਿੱਠੀ ਅਸੀਂ ਲਿਖੀ ਆ ਜੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਮਾਨਯੋਗ ਪਾਰਟੀ ਪ੍ਰਧਾਨ ਸੁਨੀਲ ਜਾਖੜ ਜੀ, ਸਾਡੇ ਮਾਨਯੋਗ ਬ੍ਰਹਮ ਮਿੰਦਰਾ ਜੀ ਜੋ ਮੰਤਰੀ ਨੇ ਜੋ ਸ਼ਹਿਰਾਂ ਦੇ, ਉਹਨਾਂ ਨੂੰ ਲਿਖੀ ਹੈ, ਔਰ ਮੰਤਰੀ ਭਾਰਤ ਆਸ਼ੂ ਜੀ ਜੋ ਸਿਵਲ ਸਪਲਾਈ ਮੰਤਰੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਚਿੱਠੀ ਲਿਖੀ ਹੈ, ਔਰ ਮੈਂਬਰ ਆਫ ਪਾਰਲੀਮੈਂਟ ਸਾਹਿਬ ਨੀਤ ਸਿੰਘ ਜੀ ਬਿੱਟੂ ਜਿਨ੍ਹਾਂ ਨੇ ਸਾਨੂੰ ਮਾਨਸ ਕਰ ਦਿੱਤਾ ਹੈ, ਅੱਜ ਉਹਨਾਂ ਨੂੰ ਚਿੱਠੀ ਲਿਖੀ ਹੈ ਦੁਖੀ ਮਨ ਦੇ ਨਾਲ ਕਿ ਸਾਡੇ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਹੈ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਸਾਨੂੰ ਦੱਸਿਆ ਜਾਵੇ ਪਾਰਟੀ ਪ੍ਰਤੀ ਅਸੀਂ ਕਿਹੜਾ ਗਲਤ ਕੰਮ ਕੀਤਾ ਹੈ ਜਿਹਦੇ ਨਾਲ ਪਾਰਟੀ ਦੀ ਸ਼ਾਨ ਨੂੰ ਫਰਕ ਪਿਆ ਹੋਵੇ। ਅਸੀਂ ਇਹ ਬੇਨਤੀ ਵੀ ਕਰਦੇ ਹਾਂ ਔਰ ਪੁੱਛਣਾ ਵੀ ਚਾਹੁੰਦੇ ਹਾਂ, ਹਮੇਸ਼ਾ ਕਾਂਗਰਸ ਪਾਰਟੀ ਕੰਮ ਕੀਤਾ ਹੈ, ਚਾਹੇ ਕਾਂਗਰਸ ਪਾਰਟੀ ਨੇ ਕਿਤੇ ਵੀ ਇਲੈਕਸ਼ਨ ਹੋਵੇ, ਚਾਹੇ ਮੁੱਲਾ ਦਾਖੇ ਦੀ ਇਲੈਕਸ਼ਨ ਹੋਈ ਆ, ਉੱਥੇ ਜਿਹੜੇ ਸਾਨੂੰ ਪਿੰਡ ਦਿੱਤੇ ਗਏ ਨੇ ਉੱਥੇ ਅਸੀਂ ਕੰਮ ਕੀਤਾ ਜਾ ਕੇ। ਅਸੀਂ ਉੱਥੇ ਰਾਤਾਂ ਉੱਥੇ ਹੀ ਰਹੇ ਜਾ ਕੇ। ਅਸੀਂ ਕਿੱਥੇ ਪਾਰਟੀ ਦੇ ਕੰਮ ਲਈ ਕਿੱਥੇ ਨਹੀਂ ਅਸੀਂ ਖੜ੍ਹੇ ਜਾ ਕੇ। ਇਸ ਕਰਕੇ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਔਰ ਪਾਰਟੀ ਕੰਮ ਕਰਨਾ। ਪਰ ਇਹ ਗੱਲ ਮੈਂ ਮਹਿਸੂਸ ਬਹੁਤ ਕਰ ਰਿਹਾ ਅੱਜ ਕਿ ਮੇਰੇ ਨਾਲ ਬਹੁਤ ਜਿਹੜਾ ਇਹ ਧੱਕਾ ਹੋਇਆ ਔਰ ਮੇਰੇ ਮਨ 'ਤੇ ਬਹੁਤ ਵੱਡਾ ਵਜਨ ਆ। ਮੈਂ ਆਪਣੇ ਆਪ ਨੂੰ ਮਹਿਸੂਸ ਸਮਝਦਾ ਕਿ ਇਹ ਮੇਅਰ ਸਾਹਿਬ ਨੇ ਇੱਕ ਸਾਡੀ ਤੋਹੀਨ ਕਿਉਂ ਕੀਤੀ ਹੈ। ਜਨਰਲ ਜੀ ਜਿਵੇਂ ਤੁਸੀਂ ਚਿੱਠੀ ਲਿਖੀ ਹੈ, ਮੁੱਖ ਮੰਤਰੀ ਸਾਹਿਬ ਨੂੰ ਲਿਖੀ ਹੈ, ਹੋਰ ਮਿਨਿਸਟਰਸ ਨੂੰ ਲਿਖੀ ਹੈ, ਤੁਹਾਨੂੰ ਲੱਗਦਾ ਵੀ ਤੁਹਾਨੂੰ ਉੱਥੋਂ ਕੋਈ ਇਨਸਾਫ ਮਿਲਣ ਦੀ ਆਸ ਹੈਗੀ ਹੈ? ਦੇਖੋ ਸਾਡੇ ਸਤਿਕਾਰਯੋਗ ਨੇ, ਸਾਡੀ ਹਾਈ ਕਮਾਂਡ ਆ। ਮੈਂ ਚਿੱਠੀ ਸੋਨੀਆ ਗਾਂਧੀ ਜੀ ਨੂੰ ਲਿਖੀ ਆ, ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਜਿਹੜੇ, ਮੈਂ ਤਾਂ ਚਿੱਠੀ ਉਹਨਾਂ ਨੂੰ ਵੀ ਲਿਖੀ ਆ। ਇਨਸਾਫ ਉਹਨਾਂ ਨੇ ਦੇਣਾ। ਹੁਣ ਜਿਹੜਾ ਸਾਡੀ ਕੋਈ ਇੱਥੋਂ ਪੜਤਾਲ ਕਰ ਲੈਣ ਵੀ ਅਸੀਂ ਕੀ ਕਰਦੇ ਹਾਂ, ਇਲਾਕੇ ਦੀ ਸੇਵਾ ਕਰਦੇ ਜਾਂ ਨਹੀਂ ਕਰਦੇ, ਕਿੰਨਾ ਸਮਾਂ ਅਸੀਂ ਪਬਲਿਕ ਲਈ ਦਿੰਦੇ ਹਾਂ ਅਤੇ ਪਬਲਿਕ ਨੂੰ ਨਾਲ ਜੋੜਦੇ ਹਾਂ। ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਅਸੀਂ ਇੱਕ ਵਾਰਡ ਦੇ ਡਿਪਟੀ ਮੇਅਰ ਹਾਂ ਜਾਂ ਕਿ ਲੁਧਿਆਣੇ ਦੇ ਡਿਪਟੀ ਮੇਅਰ ਹਾਂ।
ਤੁਸੀਂ ਜਿਵੇਂ ਪਹਿਲਾਂ ਦੱਸਿਆ ਵਾ ਵੀ ਤੁਹਾਡੇ ਨਾਲ ਪਹਿਲਾਂ ਹੀ ਵਿਤਕਰਾ ਹੁੰਦਾ ਆ ਰਿਹਾ, ਜਾਂ ਤੁਸੀਂ ਮੁਲਾਜ਼ਮਾਂ ਦੇ ਹੱਕ ਦੀ ਗੱਲ ਕੀਤੀ, ਤੁਹਾਨੂੰ ਅੱਗੋਂ ਉਹ ਸ਼ਬਦਾਵਲੀ ਸੁਣਨ ਨੂੰ ਮਿਲੀ ਆ। ਜਿਹੜੀ ਤੁਸੀਂ ਅੱਜ ਚਿੱਠੀ ਲਿਖ ਰਹੇ ਹੋ, ਚਿੱਠੀ ਲਿਖੀ ਹੈ ਜਿਹੜੀ ਤੁਸੀਂ ਅੱਜ ਮੁੱਖ ਮੰਤਰੀ ਨੂੰ ਲਿਖੀ ਹੈ ਜਾਂ ਹੋਰ ਮਿਨਿਸਟਰਸ ਨੂੰ ਲਿਖੀ ਹੈ, ਤੁਹਾਨੂੰ ਲੱਗਦਾ ਵੀ ਇਸ ਤੋਂ ਬਾਅਦ ਤੁਹਾਡਾ ਹੋਰ ਸ਼ਿਕੰਜਾ ਜਿਹੜਾ ਕੱਸਿਆ ਜਾ ਸਕਦਾ, ਤੁਹਾਡੇ ਕੰਮ ਹੋਰ ਰੋਕੇ ਜਾ ਸਕਦੇ ਮੇਅਰ ਵੱਲੋਂ? ਉਹਦੇ ਲਈ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਕੀ ਅੱਗੇ ਪ੍ਰੋਗਰਾਮ ਕਰਦੇ ਹਾਂ। ਜੀ ਕੋਈ ਐਕਸ਼ਨ ਪ੍ਰੋਗਰਾਮ ਅਸੀਂ ਕਰਾਂਗੇ। ਜੀ ਜਿਨ੍ਹਾਂ ਜੀ ਆਖਰੀ ਸਵਾਲ ਲਊਂਗਾ, ਜਿਵੇਂ ਕਿ ਪੰਜਾਬ ਸਰਕਾਰ ਨੇ 50-50 ਰੇਸ਼ੋ ਰੱਖੀ ਸੀ, ਭਾਵੇਂ ਉਹ ਸਰਪੰਚਾਂ ਦੀ ਗੱਲ ਕੀਤੀ ਜਾਵੇ ਜਾਂ ਲੁਧਿਆਣਾ ਦੇ ਉਹਦੀ ਕੌਂਸਲਰਸ ਦੀ ਗੱਲ ਕੀਤੀ ਜਾਵੇ, ਪਰ ਇਹ ਆਮ ਚਰਚਾ ਸੀ ਵੀ ਕੌਂਸਲਰ ਕੋਈ ਬਣਦਾ ਪਰ ਕੰਮ ਜਿਹੜਾ ਉਹ ਹਸਬੈਂਡ ਕਰਦੇ ਆ, ਕੋਈ ਪਤਨੀ ਹੈ ਕੌਂਸਲਰ, ਕੰਮ ਹਸਬੈਂਡ ਕਰਦੇ ਆ। ਪਰ ਇੱਥੇ ਕੀ ਹੋ ਰਿਹਾ ਵਾ, ਡਿਪਟੀ ਮੇਅਰ ਨੇ ਸਰਬਜੀਤ ਕੌਰ ਸ਼ਿਮਲਾਪੁਰੀ ਸੰਵਿਧਾਨਕ ਅਹੁਦਾ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਕਿ ਸਿਸਟਮ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਮੇਅਰ ਵੱਲੋਂ ਬਕਾਇਦਾ ਤੌਰ 'ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿੱਦਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਜਦੋਂ ਸਰਕਾਰ ਸੀ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ, ਉਹਨਾਂ ਨੇ 50% ਲੇਡੀ ਨੂੰ ਜਿਹੜਾ ਦਿੱਤਾ ਕਿ 50% ਲੇਡੀ ਜਿਹੜੀਆਂ ਕੰਮ ਕਰਨਗੀਆਂ। ਇਸ ਕਰਕੇ ਮੈਡਮ ਦਫ਼ਤਰ ਜਾਂਦੇ ਨੇ, ਬਹਿਦੇ ਨੇ ਜਾ ਕੇ, ਲੋਕਾਂ ਦੀ ਗੱਲ ਸੁਣਦੇ ਨੇ ਜਾ ਕੇ। ਪਰ ਜਿੱਥੋਂ ਤੱਕ ਸਾਡਾ ਬਾਲ ਪੱਟਿਆ ਪਿਆ ਸਾਰਾ ਜਿਹੜਾ ਹੈਗਾ, ਪਿਛਲੀ ਵਾਰੀ ਦਾ ਕੰਮ ਹੋਣੇ ਕੀ ਸੀ ਕਿ ਸਰਕਾਰ ਨਹੀਂ ਸੀਗੀ, ਹੁਣ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਸਾਡੇ ਕੰਮ ਨਹੀਂ ਜਿਹੜੇ ਹੋ ਰਹੇ ਹੈਗੇ। ਇਸ ਕਰਕੇ ਅਸੀਂ ਅੱਗੇ ਕੀ ਭਾਲਦੇ ਹਾਂ, ਕਿਵੇਂ ਲੋਕਾਂ ਕੋਲ ਅਸੀਂ ਵੋਟਾਂ ਮੰਗਣ ਜਾਵਾਂਗੇ। ਇਸ ਕਰਕੇ ਮਹਿਸੂਸ ਕਰਦੇ ਹਾਂ ਜੇ ਅੱਜ ਕੰਮ ਨਾ ਅਸੀਂ ਕਰਾ ਸਕੇ ਫਿਰ ਕੰਮ ਕਦੋਂ ਕਰਾਵਾਂਗੇ। ਤੁਸੀਂ ਚਲੋ ਪਿਛਲੀ ਵਾਰ ਇਕੱਲੇ ਕੌਂਸਲਰ ਸੀ, ਇਸ ਵਾਰ 1-2 ਹੋਰ ਕੌਂਸਲਰ ਬਣੇ ਜਿਹੜੇ ਦੂਜੀਆਂ ਪਾਰਟੀ ਜੋ ਆਪਣੀ ਕਾਂਗਰਸ ਪਾਰਟੀ ਵਿੱਚ ਆਏ ਨਹੀਂ, ਤੇ ਤੁਸੀਂ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਕੰਮ ਹੋ ਰਹੇ ਨੇ ਵਾਰਡ ਦੇ ਵਿੱਚ, ਜਾਂ ਤੁਹਾਡਾ ਇਕੱਲਾ ਤੁਹਾਡੇ ਨਾਲ ਹੀ ਇਸ ਤਰ੍ਹਾਂ ਕੀਤਾ ਜਾ ਰਿਹਾ? ਇਹ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਜੀ। ਕਾਰਨ ਕੀ ਸਮਝਦੇ ਵੀ ਤੁਹਾਡੇ ਨਾਲ ਵਿਸ਼ੇਸ਼ ਤੌਰ 'ਤੇ ਵਿਤਕਰਾ ਕੀਤਾ ਜਾਣਾ, ਬਾਕੀ ਕੌਂਸਲਰਾਂ ਦੇ ਕੰਮ ਹੋ ਜਾਣੇ, ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ, ਕੋਈ ਹੋਰ ਕੰਮਾਂ ਦੀ ਗੱਲ ਕੀਤੀ ਜਾਵੇ? ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਵੀ ਅਸੀਂ ਦਲਿਤ ਸੰਬੰਧ ਰੱਖਦੇ ਹਾਂ ਜੀ, ਵੀ ਹਮੇਸ਼ਾ ਨੇ ਉਹ ਸਿਆਣੇ ਕਹਿੰਦੇ ਨੇ ਵੀ ਅੱਗੇ ਦਲਿਤ ਜਿਹੜਾ ਸਮਾਜ ਨੂੰ ਦਬਿਆ ਕੁਝ ਰੱਖਦੇ ਹੁੰਦੇ ਸੀਗੇ ਵੀ ਇੱਥੇ ਇੱਕ ਰਵੇ, ਇਹਨੂੰ ਉੱਠਣਾ ਦਈਏ। ਮੈਨੂੰ ਇਹ ਮਹਿਸੂਸ ਜ਼ਰੂਰ ਹੋ ਰਿਹਾ ਹੈ ਕਿ ਅੱਜ ਜਿਹੜਾ ਵੀ ਦਲਿਤ ਸਮਾਜ ਦਾ ਵੀ ਹਾਲ ਉਹੀ ਰੱਖਿਆ ਗਿਆ ਜਿਹੜਾ। ਇਹ ਸਨ ਜਰਨੈਲ ਸਿੰਘ ਸ਼ਿਮਲਾਪੁਰੀ ਤੇ ਸਰਬਜੀਤ ਕੌਰ ਸ਼ਿਮਲਾਪੁਰੀ, ਜਿਹੜੇ ਡਿਪਟੀ ਮੇਅਰ ਨੇ ਲੁਧਿਆਣਾ ਤੋਂ। ਉਹਨਾਂ ਨੇ ਖਾਸ ਤੌਰ 'ਤੇ ਜਿਹੜੇ ਇਲਜ਼ਾਮ ਆ ਸਿੱਧੇ ਤੌਰ 'ਤੇ ਮੇਅਰ ਬਲਕਾਰ ਸੰਧੂ ਦੇ ਲਾਏ ਨੇ ਵੀ ਉਹਨਾਂ ਵੱਲੋਂ ਇਹਨਾਂ ਨੂੰ ਸ਼ਬਦਾਵਲੀ ਵਰਤੀ ਗਈ ਆ ਵੀ ਇਹ ਆਪਣੇ ਵਾਰਡ ਤੱਕ ਸੀਮਿਤ ਰਹਿਣ। ਹਾਲਾਂਕਿ ਉਹ ਡਿਪਟੀ ਮੇਅਰ ਨੇ ਲੁਧਿਆਣੇ ਦੇ, ਪਰ ਉਹਨਾਂ ਨੂੰ ਵਾਰਡ ਤੱਕ ਸੀਮਿਤ ਰਹਿਣ ਦੀ ਗੱਲ ਆਖੀ ਗਈ ਹੈ। ਤੇ ਨਾਲ ਹੀ ਜਰਨੈਲ ਸ਼ਿਮਲਾਪੁਰੀ ਨੇ ਇਹ ਵੀ ਕਿਹਾ ਵੀ ਹਾਊਸ ਦੀ ਮੀਟਿੰਗ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ, ਤੇ ਖਾਸ ਤੌਰ 'ਤੇ ਪਿਛਲੇ ਲੰਬੇ ਸਮੇਂ ਜਿਹੜੀ ਇਲਾਕੇ ਦੀਆਂ ਇਹਨਾਂ ਦੇ ਵਾਰਡ ਦੀਆਂ ਸਮੱਸਿਆਵਾਂ ਨੇ ਉਹ ਜਿਉਂ ਦੀਆਂ ਤਿਉਂ ਪਈਆਂ ਨੇ। ਪਹਿਲਾਂ ਸਰਕਾਰ ਨਹੀਂ ਸੀ ਤਾਂ ਸਮੱਸਿਆ ਮੰਨਣਯੋਗ ਸੀ, ਪਰ ਹੁਣ ਸਰਕਾਰ ਹੋਣ ਦੇ ਬਾਵਜੂਦ ਕਿਤੇ ਸੁਣਵਾਈ ਨਹੀਂ, ਕੋਈ ਇਲਾਕੇ ਦਾ ਕੰਮ ਨਹੀਂ ਹੋ ਰਿਹਾ। ਹਾਲਾਂਕਿ ਜਿਹੜੇ ਆਸ-ਪਾਸ ਦੇ ਕੌਂਸਲਰ ਹੋਰ ਕਾਂਗਰਸ ਪਾਰਟੀ ਦੇ ਬਣੇ ਨੇ ਉਹਨਾਂ ਦੇ ਇੱਕੋ ਦੁੱਕਾ ਕੰਮ ਹੋ ਰਹੇ ਨੇ, ਪਰ ਇਹਨਾਂ ਨਾਲ ਖਾਸ ਤੌਰ 'ਤੇ ਦਲਿਤ ਪਰਿਵਾਰ ਨਾਲ ਸੰਬੰਧਿਤ ਹੋਣ ਨਾਲ, ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣ ਕਾਰਨ ਇਹ ਸਮਝਦਾ ਵੀ ਇਹਨਾਂ ਨਾਲ ਇਹ ਜਿਹੜਾ ਵਿਤਕਰਾ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਇਹਨਾਂ ਨੇ ਆਪਣੀ ਇੱਕ ਚਿੱਠੀ ਰਾਹੀਂ ਹਾਈ ਕਮਾਂਡ ਨੂੰ ਗੁਹਾਰ ਲਗਾਈ ਹੈ। ਹੁਣ ਦੇਖਣ ਵਾਲਾ ਸਮਾਂ ਹੋਏਗਾ ਹਾਈ ਕਮਾਂਡ ਇਸ 'ਤੇ ਕੀ ਕਾਰਵਾਈ ਕਰਦੀ ਹੈ ਤੇ ਮੇਅਰ ਬਲਕਾਰ ਸੰਧੂ ਇਹਨਾਂ ਚਿੱਠੀਆਂ ਦਾ ਕੀ ਜਵਾਬ ਦਿੰਦੇ ਨੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਵੇਖਦੇ ਰਹੋ ਪ੍ਰਾਈਮ ਦੇ। ਸਤਿ ਸ਼੍ਰੀ ਅਕਾਲ।